खुदावंद यसु मसीह के पुरजलाल बाकमाल और फ़तेहमंद नाम में आप सबको सलाम। मैं खुदा का खादिम पास्टर कासिम एम भट्टी आप सबकी खिदमत में हाजिर हूँ। आज एक और नई दुख भरी दास्तान जो कि भट्टा मजदूर रहमत मसीह जो कि मांगा मंडी के रहायशी हैं, उनकी एक बड़ी दुख भरी दास्तान हमारे सामने आई। इस वीडियो का आगाज करने से पहले आपसे दरख्वास्त है कि हमारे इस यूट्यूब चैनल को सब्सक्राइब करें, इसे लाइक करें, शेयर करें, ताकि ये आवाज़ हम सीएम पंजाब साहिबा तक पहुंचा सकें। इससे पहले कि हम अपनी बात का आगाज करें, आप ये वीडियो देखें। नाज़रीन, मांगा मंडी के रिहायशी गरीब खानदान से तल्लक रखने वाले रहमत मसीह वो बुजुर्ग मेरे साथ खड़े हैं। इनके दो बेटों को तेजदार छुरी से हमला करके कत्ल करने की कोशिश की गई। मेरे साथ जो भाई खड़े, इसका नाम रोहन मसीह है। इनके एक भाई का नाम चांद मसीह है जो कि इस वक्त लाहौर हॉस्पिटल में जेर इलाज है, जिसकी हालत इस वक्त सीरियस बताई जा रही है। इन पर कातलाना हमला करने वाले कौन है? रहमत मसीह मेरे साथ मौजूद है, ये सारा कुछ इनसे जानते हैं। हाँ जी बुजुर्गो। यसु मसीह में सलाम। सलाम जी। ਤੇ ਇਹ ਨਾ ਅਸੀਂ ਭੱਠਾ ਮਜ਼ਦੂਰ ਆ, ਭੱਠੇ ਦੇ ਦਿਹਾੜੀ ਮਿਹਨਤ ਕਰਕੇ ਖਾਣ ਵਾਲੇ, ਰੋਜੀ ਕਮਾ ਕੇ ਤੇ ਬਹੁਤ ਮਾੜੇ ਆ ਅਸੀਂ। ਤੇ ਇਹ ਆ ਕਿ ਅਸੀਂ ਆ ਰਹੇ ਆ, ਭੱਠੇ ਤੋਂ ਆਏ ਆ। ਮੈਂ ਪਹਿਲੇ ਬੱਚਿਆਂ ਤੋਂ 2 ਮਿੰਟ ਘਰ ਵੜ ਗਿਆ, ਮੇਰੇ ਬੱਚੇ ਭੱਠੇ ਤੋਂ ਪਿੱਛੇ ਕੰਮ ਕਰਕੇ ਆ ਰਹੇ ਨੇ। ਇਹਨਾਂ ਤੇ ਕਾਤਲਾਨਾ ਹਮਲਾ ਕੀਤਾ ਗਿਆ ਏ ਤੇ ਵਾਪਸੀ ਮੈਂ ਭੱਜ ਕੇ ਘਰੋਂ ਗਿਆ ਤੇ ਵੇਖਿਆ ਤੇ ਮੇਰੇ ਬੱਚੇ ਖੂਨ ਨਾਲ ਲਿਬੜੇ ਪਏ ਨੇ, ਡਿੱਗੇ ਪਏ ਨੇ। ਤੇ ਮੈਂ ਜਾ ਕੇ ਵੇਖਿਆ ਤੇ ਫਿਰ ਦੁਬਾਰਾ ਗੱਲ ਹੈ ਵੀ ਅਸੀਂ ਨਾ ਬੱਚਿਆਂ ਨੂੰ ਚੁੱਕਨੇ ਆ। ਸਾਡੀ ਆਪਦੀ ਜਿਹੜੀ ਏ ਮੱਤ ਮਾਰੀ ਗਈ, ਸਾਡੀ ਅਕਲ ਟਿਕਾਣੇ ਨਹੀਂ ਰਹੀ। ਅੱਛਾ ਬਾਬਾ ਜੀ, ਇਹ ਮੈਨੂੰ ਦੱਸਣਾ, ਇਹ ਜਿਨ੍ਹਾਂ ਨੇ ਇਹਨਾਂ ਤੇ ਵਾਰ ਕੀਤਾ ਹੈ, ਉਹ ਕੌਣ ਲੋਕ ਨੇ? ਉਹ ਜੀ ਮੁਸਲਮ ਬਲਾਦਰੀ ਨੇ ਜੀ, ਉਹਨਾਂ ਦਾ ਨਾਂ ਹੈ ਰਾਮਤ ਜੀ, ਤੇ ਇੱਕ ਦਾ ਨਾਂ ਹੈ ਜੀ ਸ਼ਾਕੀ, ਇੱਕ ਦਾ ਨਾਂ ਹੈ ਜੀ ਕੁੱਬਾ ਜੀ। ਇਹਨਾਂ ਨਾਲ ਕੋਈ ਲੜਾਈ ਝਗੜਾ ਨਹੀਂ, ਪੈਸਿਆਂ ਦਾ ਲੈਣ ਨਾ ਦੇਣ? ਕੋਈ ਪੈਸਿਆਂ ਦਾ ਸਾਡਾ ਲੈਣ ਦੇਣ ਨਹੀਂ ਇਹਨਾਂ ਨਾਲ ਫਿਰ ਹੈਗਾ। ਕਿਉਂ ਨੇ ਹਮਲਾ ਕੀਤਾ? ਪਤਾ ਨਹੀਂ ਕਿਉਂ ਇਹਨਾਂ ਸਾਡੇ ਤੇ ਇੰਨਾ ਜ਼ੁਲਮ ਕੀਤਾ। ਅੱਛਾ, ਇਹ ਤੁਹਾਡਾ ਜਿਹੜਾ ਬੇਟਾ ਚਾਂਦ ਹੈ, ਇਹਦੀ ਹੁਣ ਕੈਸੀ ਤਬੀਅਤ, ਕੈਸੀ ਹਾਲਤ ਹੈ? ਇਹ ਜੀ ਬੁਰੀ ਹਾਲਤ 'ਚ ਹੈ ਜੀ। ਅਸੀਂ ਇਲਾਜ ਕਰਾ ਰਹੇ ਹਾਂ ਉਹਦਾ, ਗਰੀਬੀ ਹਾਲਤ 'ਚ ਜੋ ਸਾਥ ਹੋ ਰਿਹਾ ਅਸੀਂ ਕਰਾ ਰਹੇ ਹਾਂ। ਅੱਛਾ, ਜਦੋਂ ਇਹਨੇ ਛੁਰੀਆਂ ਵੱਜੀਆਂ ਨੇ ਤੇ ਤੁਸੀਂ ਐਂਬੂਲੈਂਸ ਨੂੰ ਫੋਨ ਕੀਤਾ ਸੀ? ਐਂਬੂਲੈਂਸ ਨੂੰ ਫੋਨ ਕੀਤਾ ਸੀ, ਬੱਚਿਆਂ ਕੇ ਕਰਲਾਇਆ ਜੀ, ਐਂਬੂਲੈਂਸ ਨੂੰ ਫੋਨ ਕਰੋ। ਉਹ ਫਿਰ ਮੁੰਡਿਆਂ ਰਕਸ਼ੇ ਤੇ ਘਬਾ ਕੇ ਉੱਥੇ ਕੋ ਲਗਾਣੇ, ਅਸੀਂ ਗਿਆ, ਸਾਡਾ ਮਾਂਗਾ ਮੰਡੀ ਹਸਪਤਾਲ ਹੈ ਜੀ, ਉੱਥੇ ਲੈ ਗਿਆ। ਉਹਨਾਂ ਸਾਨੂੰ ਅੱਗੇ ਰੈਫਰ ਕਰ ਦਿੱਤਾ ਜੀ। ਸਾਡੇ ਦੋਵੇਂ ਬੇਟੇ ਜਵਾਨ ਨੇ ਜੀ, ਤੇ ਇਹਨਾਂ ਦੋਵਾਂ ਤੇ ਹਮਲਾ ਜਿਨ੍ਹਾਂ ਨੇ ਕੀਤਾ ਉਹਨਾਂ ਦੇ ਨਾਂ ਦੱਸਣਾ ਤੇ ਕਿਉਂ ਕੀਤਾ? ਤੁਹਾਡਾ ਕਿਸੇ ਨਾਲ ਕੋਈ ਲੜਾਈ ਝਗੜਾ ਹੋਵੇ, ਕਿ ਪੈਸਿਆਂ ਦਾ ਲੈਣ ਦੇਣ, ਕੋਈ ਐਸੀ ਕੋਈ ਨਾਰਾਜ਼ਗੀ ਕਿਸੇ ਨਾਲ? ਇਹਨੇ ਅੱਗੇ ਵੀ ਦੋ ਤਿੰਨ ਦਫਾ ਨਾ ਮੁੰਡੇ ਮੇਰੇ ਨਾਲ ਬਹੁਤ ਲੜਿਆ ਸੀ। ਕਿਉਂ? ਜਦੋਂ ਵੀ ਕਹਿੰਦਾ ਸੀ ਵੀ ਕੁੱਤੇ ਚੂੜੇ, ਨਮਾਜ਼ ਪੜ੍ਹ ਕੇ ਆਏ ਨੇ ਕੁੱਤੇ ਚੂੜੇ ਸਾਈ, ਇਸ ਤਰ੍ਹਾਂ ਕਰਕੇ ਬੜੀਆਂ ਬੇਦਾਤੀਆਂ ਗਾਲਾਂ ਦਿੰਦਾ। ਅੱਛਾ, ਮੈਂ ਇੱਕ ਦਿਨ ਗਈ ਇਹਨਾਂ ਦੇ ਘਰ, ਜਾ ਕੇ ਅਸੀਂ ਦੋਵਾਂ ਜੀਆਂ ਮਾਫੀ ਮੰਗੀ ਏ ਵੀ ਬੇਟਾ ਤੂੰ ਵੀ ਓਡਾ ਉਹ ਵੀ ਓਡਾ, ਨਾ ਹੈ ਮੇਰਾ ਪੁੱਤਰ ਇਸ ਤਰ੍ਹਾਂ ਕਰਿਆ ਕਰ, ਮੇਰੇ ਪੁੱਤਰ ਸਮਝ ਜਾਂਦੇ ਨੇ। ਫਿਰ ਅੱਛਾ, ਉਹ ਤੁਸੀਂ ਜਦੋਂ ਚਰਚ 'ਚ ਦੁਆ ਕਰਕੇ ਆਉਂਦੇ ਹੋ ਤੇ ਕੁੱਤੇ ਚੂੜੇ ਤੇ ਸਾਈ ਕਹਿੰਦੇ, ਤੇ ਇਹਨਾਂ ਮਨਾ ਕੀਤਾ ਹੋਣਾ? ਇਹਨਾਂ ਮਨਾ ਕੀਤਾ ਵੀ ਸਾਨੂੰ ਐਵੇਂ ਨਾ ਕਿਹਾ ਕਰੋ, ਅਸੀਂ ਇਸ ਤਰ੍ਹਾਂ ਨਹੀਂ ਅੱਛਾ ਸਮਝਦੇ। ਜਦੋਂ ਵੀ ਨਿਕਲਦੇ ਨੇ ਉਦੋਂ ਹੀ ਇਸ ਤਰ੍ਹਾਂ ਕਹਿੰਦੇ ਨੇ। ਇਹਨਾਂ ਛੁਰੇ ਛਰੇ ਵਾਹ ਕੇ ਖੰਜਰ ਮਾਰ ਕੇ ਮੇਰੇ ਪੁੱਤਰ ਨੂੰ ਡੇਗ ਦਿੱਤਾ। ਅਸੀਂ ਗਏ ਭੱਜ ਕੇ ਪਿੱਛੋਂ ਤੇ ਵੇਖਿਆ ਤੇ ਉੱਥੋਂ ਲਵੋ ਲਵਾਨ ਹੋਇਆ ਪਿਆ। ਛੋਟਾ ਮੁੰਡਾ ਗਿਆ ਇਹਨੂੰ ਚੁੱਕਣ ਲੱਗਾ, ਇਹਦੇ ਵੀ ਕੰਡ 'ਚ ਮਾਰਿਆ, ਇੱਕ ਵੱਕੀ 'ਚ ਮਾਰਿਆ। ਸਾਨੂੰ ਕੁਛ ਪਤਾ ਨਹੀਂ ਲੱਗਦਾ ਪਿਆ ਕੀ ਹੁੰਦਾ ਪਿਆ ਕੀ ਨਹੀਂ। ਜਦੋਂ ਖੂਨ ਵੇਖਿਆ, ਮਾਂ ਪਿਓ ਜਿਹੜਾ ਪਾਗਲ ਹੋ ਗਿਆ ਇੱਕਦਮ। ਮੈਂ ਰੋਈ ਆ, ਪਿੱਟੀ ਆ, ਕੋਈ ਗੱਲ ਨਹੀਂ ਸੁਣਦਾ ਕੋਈ ਵੀ ਕਿਸੇ ਤਰ੍ਹਾਂ ਦੀ ਵੀ। ਥਾਣੇ ਵੀ ਗਏ ਅਸੀਂ, ਮੇਰਾ ਦੇਵਰ ਗਿਆ, ਮੈਂ ਗਈ ਆ। ਕਹਿਣੇ ਉਹਨਾਂ ਨੇ ਅੱਛਾ ਕਰ ਦਿੱਤਾ ਇੱਕ ਦਿਨ, ਫਿਰ ਉਹਨਾਂ ਨੇ ਪਤਾ ਕੁਛ ਕੀਤਾ ਕਿ ਨਹੀਂ ਕੀਤਾ। ਅਸੀਂ ਆਦੇ ਬੱਚਿਆਂ ਨੂੰ ਸੰਭਾਲਦੇ ਰਹੇ, ਕੋਈ ਗੱਲ ਨਹੀਂ ਸੁਣਦੇ ਪਏ ਕਿਸੇ ਪਾਸੇ। ਤੁਸੀਂ ਮੇਰੀ ਗੱਲ ਸੁਣ, ਅੱਗੇ ਆਓ। ਤੁਸੀਂ 15 ਤੇ ਕਾਲ ਕੀਤੀ ਸੀ ਉਦੋਂ ਜਦੋਂ ਇਹਨਾਂ ਤੇ ਹਮਲਾ ਹੋਇਆ? ਹਾਂਜੀ, ਮੁੰਡਿਆਂ ਨੇ ਕੀਤੀ ਸੀ। ਮੇਰੇ ਕੋਲ ਮੋਬਾਈਲ ਨਹੀਂ ਹੈਗਾ, ਨਾ ਮੈਨੂੰ ਮੋਬਾਈਲ ਦਾ ਪਤਾ। ਪੁਲਿਸ ਆਈ ਸੀ, ਬੜੀ ਦੇਰ ਬਾਅਦ ਆਈ ਭਾਈ, ਬੜੀ ਦੇਰ ਬਾਅਦ ਆਈ ਪੁਲਿਸ। ਕੀ ਹੋਇਆ ਸੀ ਜਰਾ ਸਾਡੇ ਨਾਜ਼ਰੀਨ ਨੂੰ ਦੱਸੋ, ਸਾਰਾ ਵਾਕਿਆ ਕਿਸ ਤਰ੍ਹਾਂ ਪੇਸ਼ ਆਇਆ ਤੁਹਾਡੇ ਨਾਲ? ਸਰ, ਅਸੀਂ ਦੋਵੇਂ ਭਰਾ ਤੇ ਮੇਰਾ ਮਾਂ ਪਿਓ ਕੰਮ ਤੇ ਗਏ ਆ ਤੇ ਕੰਮ ਤੋਂ ਘਰ ਆਏ ਆ। ਕੰਮ ਕੀ ਕਰਦੇ ਹੋ? ਕੰਮ ਸਰ ਪੱਠੇ ਦੇ ਕਰਨੇ ਆ, ਬਾਪ ਦੇ ਸਿਰ ਕਰਜ਼ਾ ਹੈ ਤੇ ਪੱਠੇ ਤੇ ਉਹਦੇ ਨਾਲ ਜਾਂਦੇ ਆ। ਤੇ ਵੇਖਿਆ ਮੈਂ ਤੇ ਉਹਨੂੰ ਖੰਜਰ ਕਾਫੀ ਜ਼ਿਆਦਾ ਲੱਗੇ ਹੋਏ ਨੇ, ਖੂਨ ਦੇ ਵਿੱਚ ਲੱਤ-ਪੱਤ ਪਿਆ ਹੋਇਆ। ਤੇ ਮੈਂ ਗਿਆ ਆਪਦੇ ਭਾਈ ਦੇ ਕੋਲ, ਉਹਨਾਂ 5-6 ਜਣਿਆਂ ਮੈਨੂੰ ਵੀ ਫੜਿਆ
ਤੇ ਮੇਰੇ ਵੀ ਉਹਨਾਂ ਖੰਜਰ ਮਾਰੇ ਠੀਕ ਹੈ ਨੇ, ਜੀ। ਪੀਠ 'ਚ ਮਾਰਿਆ ਤੇ ਇੱਥੇ ਮਾਰਿਆ ਜੀ। ਤੇ ਜੀ ਆਪਦੇ ਭਰਾ ਨੂੰ ਵੇਖ ਕੇ ਤੇ ਮੈਂ ਵੀ ਡਿੱਗ ਪਿਆ ਤੇ ਉਹ ਵੀ ਡਿੱਗਾ ਪਿਆ, ਤੇ ਐਂਬੂਲੈਂਸ ਨੂੰ ਮੇਰੇ ਦੂਸਰੇ ਭਾਈਆਂ ਅੱਛਾ, ਫੋਨ ਕੀਤਾ। ਜਿਨ੍ਹਾਂ ਨੇ ਹਮਲਾ ਕੀਤਾ ਹੋਵੇ ਉਹਨਾਂ ਨੂੰ ਤੁਸੀਂ ਜਾਣਦੇ? ਜੀ ਉਹ ਇੱਕ ਮਹੱਲੇ 'ਚ ਹੀ ਰਹਿੰਦੇ ਆ। ਇੱਕ ਮਹੱਲੇ 'ਚ ਰਹਿੰਦੇ, ਉਹਨਾਂ ਦੇ ਨਾਂ ਕੀ ਨੇ? ਉਹਨਾਂ ਦਾ ਨਾਂ ਹੈਗਾ ਮੁਹੰਮਦ ਜਵੇਦ, ਉਹਦੇ 2 ਬੇਟੇ ਨੇ ਰਾਮੀ ਤੇ ਸ਼ਾਕੀ, ਤੇ ਮੁਹੰਮਦ ਕੁੱਬਾ ਉਹ ਵੀ ਉੱਥੇ ਹੀ ਰਹਿੰਦਾ ਹੈ, ਤੇ ਇੱਕ ਉਹਨਾਂ ਦਾ ਜਵਾਈ ਹੈ ਮੁਹੰਮਦ ਮੁੱਦਾ। ਹੂੰ। ਤੇ ਇਹ ਹੀ 5-6 ਜਣਿਆਂ ਸਾਨੂੰ 2 ਭਰਾਵਾਂ ਨੂੰ ਖੰਜਰਾਂ ਦੇ ਨਾਲ ਜ਼ਖਮੀ ਕੀਤਾ ਹੈ। ਤੇ ਰੱਬ ਦੀ ਦੁਆਵਾਂ ਦੇ ਨਾਲ ਅਸੀਂ ਸਰ ਅੱਜ ਮੈਂ ਤਾਂ ਠੀਕ ਹਾਂ ਥੋੜਾ ਬਹੁਤਾ, ਤੇ ਮੇਰਾ ਵੱਡਾ ਭਾਈ ਹੈ ਉਹ ਹਾਲੇ ਹਸਪੀਟਲ ਦੇ ਵਿੱਚ ਜਿਹੜਾ ਬੁਰੀ ਹਾਲਤ 'ਚ। ਤੁਸੀਂ ਮਰੀਮ ਨਵਾਜ਼ ਅੱਗੇ ਕੀ ਅਪੀਲ ਕਰੋਗੇ, ਕੀ ਚਾਹੁੰਦੇ ਹੋ? ਅਸੀਂ ਇਨਸਾਫ ਲੈਣਾ ਚਾਹੁੰਦੇ ਹਾਂ, ਹੋਰ ਕੁਝ ਨਹੀਂ ਲੈਣਾ ਚਾਹੁੰਦੇ। ਸਾਨੂੰ ਜੀ ਇਨਸਾਫ ਚਾਹੀਦਾ, ਅਸੀਂ ਮਸੀਹ ਲੋਕ ਹਾਂ, ਸਾਨੂੰ ਅਸੀਂ ਮਾੜੇ ਇਨਸਾਫ ਬੰਦੇ ਆ, ਚਾਹੀਦਾ, ਪੱਠੇ ਮਾੜੇ ਦੇ ਕੰਮ ਬੰਦੇ ਆ। ਕਰਨੇ ਆ ਜੀ, ਠੀਕ ਹੈ। ਮਰੀਮ ਨਵਾਜ਼ ਦਾ ਇੰਨਾ ਸਖਤ ਕਾਨੂੰਨ ਹੈ, ਤੇ ਇਹਨੇ ਸਖਤ ਕਾਨੂੰਨ ਦੇ ਹੁੰਦੇ ਹੋਏ ਵੀ ਸਾਡੇ ਗਰੀਬਾਂ ਨਾਲ ਜੋ ਜ਼ਿਆਦਤੀ ਹੋ ਰਹੀ ਹੈ, ਇਹ ਹੁਣ ਮਰੀਮ ਨਵਾਜ਼ ਸਾਹਿਬ ਕਿੱਥੇ ਆ ਜੋ ਕਹਿੰਦੀ ਹੈ ਮੈਂ ਗਰੀਬਾਂ ਦੇ ਨਾਲ ਹਾਂ, ਠੀਕ ਹੈ। ਤੇ ਇੰਨਾ ਤੇਜ਼ ਕਾਨੂੰਨ ਹੈ ਉਹਦਾ, ਤੇ ਗਰੀਬ ਇੱਥੇ ਗਰੀਬਾਂ ਨੂੰ ਮਾਰ-ਮਾਰ ਸੱਟੀ ਜਾ ਰਹੇ ਨੇ, ਠੀਕ ਹੈ। ਸਾਡੀ ਕੌਮ ਨੂੰ ਸੱਟੀ ਜਾ ਰਹੇ ਨੇ ਮਾਰ-ਮਾਰ ਕੇ, ਤੇ ਇਹ ਕਾਨੂੰਨ ਕਿਉਂ ਨਹੀਂ ਕੁਛ ਕਰਦਾ ਪਿਆ, ਮੁਜਰਮ ਕਿਉਂ ਨਹੀਂ ਫੜਦਾ ਪਿਆ। ਜਦੋਂ ਅਸੀਂ ਹਸਪੀਟਲ ਦੇ ਵਿੱਚ ਪਏ ਆ ਉਦੋਂ ਪੁਲਿਸ ਵਾਲੇ 2 ਆਏ ਨੇ, 3 ਉਹਨਾਂ ਬਿਆਨ ਸਾਥੋਂ ਲਏ ਨੇ, ਤੇ ਇਹ ਪਤਾ ਨਹੀਂ ਮੁਜਰਮ ਉਹਨਾਂ ਫੜੇ ਨੇ ਕਿ ਨਹੀਂ ਫੜੇ। ਤੁਹਾਨੂੰ ਨਹੀਂ ਪਤਾ? ਹਾਂਜੀ ਨਹੀਂ ਉਸ ਤੋਂ ਪਤਾ। ਬਾਅਦ ਪੁਲਿਸ ਨੇ ਤੁਹਾਨੂੰ ਪੁੱਛਿਆ ਵੀ ਨਹੀਂ? ਨਹੀਂ, ਨਹੀਂ ਕਿੰਨੇ ਦਿਨ ਪੁੱਛਿਆ। ਹੋ ਗਏ ਨੇ ਇਸ ਗੱਲ ਅਸੀਂ ਨੂੰ? ਗਏ ਵੀ ਸਰ ਸਠਾਣੇ। ਇਹ 2 ਤਰੀਕ ਦਾ ਵਾਕਿਆ ਹੈ, ਅੱਛਾ। ਅੱਜ 14-15 ਤਰੀਕ ਹੈ, ਤੇ ਅਸੀਂ ਆਪਦੇ ਭਾਈ ਦਾ ਇਲਾਜ ਕਰਾ ਰਹੇ ਹਾਂ, ਸਾਨੂੰ ਨਹੀਂ ਪਤਾ ਉੱਥੇ ਫੜੇ ਨੇ ਕਿ ਨਹੀਂ ਫੜੇ। ਥਾਣੇ ਵੀ ਗਏ ਤੇ ਬੇਇੱਜ਼ਤੀ करके ਘੱਲ ਦਿੱਤਾ। किन्ने? पता नहीं थानेदार जी। नाजरीन, फैमिली बहुत परेशान है। इनका कहना है कि हमारे जो मुलजिम है, हमारे जो मुजरिम है, वो हमें नहीं मालूम पुलिस ने पकड़े हैं या नहीं पकड़े। पुलिस हॉस्पिटल में मेरे भाई से मिलने, उनसे बयान लेने के तो आई, लेकिन उसके बाद पुलिस ने हमसे कुछ ना पूछा, ना हमसे कोई बात की, ना मुलाकात की। जी, आपने ये वीडियो देखी। यहाँ पर बुजुर्ग रहमत मसीह, जिनके जवान बेटे छोटा भाई रोहन मसीह और बड़ा भाई चांद मसीह जो कि मांगा मंडी के एक हॉस्पिटल के अंदर दाखिल है और वो बड़ी सीरियस हालत में है, और ये तकरीबन काफ़ी दिन पहले का वाक़या है, लेकिन अभी तक इसके ऊपर कोई भी कानून की तरफ से कोई मुस्बत अमल दरामद नहीं हुआ। तो इस तरह के बहुत से केसेस जस्ट मसीहियों के साथ क्यों हो रहे हैं? बाकी भी सारे मामला, और आपने सुन लिया कि ये मसीहियों को ईसाई चूड़ा कहने पर बात शुरू हुई, जबकि वो बता रहे हैं कि हर संडे को ही वो लड़ाई का बहाना ढूंढते हुए मसीहियों को ईसाई चूड़े और किस तरह के गलीज अल्फाज बोलते हैं ताकि उनको तहश दिलाई जाए, लड़ाई झगड़े का बहाना ढूंढ रहे थे। उनका जब कोई बस नहीं चला तो उन्होंने छुरियों के साथ उनके ऊपर वार किया और उन्हें इतना शदीद जख्मी किया कि वो हॉस्पिटल तक पहुंच गया। वो जवान बेटा है, हम सब उस बेटे के लिए दुआ गो हैं कि खुदा उसे जल्द से जल्द सेहत याब करे और अपने घराने के अंदर सलामती से लेकर आए। बट ये मुस्लिम लोगों की तरफ से जो कातलाना हमला किया गया, इनका अभी तक कोई कानून की तरफ से कोई परमानेंट बंदोबस्त नहीं किया गया, और ये इस तरह के बहुत से केसेस इसी तरह हमें रोज सुनने को मिलते हैं। और हमें दुख है कि हमारे लोगों के ऊपर ही ये क्यों जुल्म होता है, मसीही कौम को ही क्यों टारगेट किया जाता है। और हम इस बात को जानते भी हैं कि मसीहियों को टारगेट क्यों किया जाता है, क्योंकि जहां पर भी हम इस तरह के वाकयात देखते हैं तो जस्ट छोटी छोटी चीज़ों को टारगेट करके या छोटी छोटी चीज़ों के ऊपर इशू बनाकर मसीहियों के साथ जुल्म और उनके ऊपर ज्यादती की जाती है, क्योंकि उन्हें कमतर समझा जाता है, उन्हें गलत अल्फाजों से पुकारा जाता है। ये बहुत ही गलत बात है। और हम फिर से इस केस के अंदर भी सीएम पंजाब मरियम नवाज शरीफ साहिबा से दरख्वास्त करते हैं कि वो आज खुद देखें कि मरियम नवाज शरीफ साहिबा ने अभी कुछ दिन पहले ये हुक्मनामा जारी किया है कि यानी पंजाब के आम शहरी को भी, जो कि कानून का कोई भी इदारा है, पुलिस के कोई भी अमले के लोग हैं, तो वो किसी भी शहरी को ओए या उसके और किसी गलत नाम से नहीं पुकारेंगे, उसे गलत नाम लेकर नहीं पुकारेंगे, बल्कि उसे सारियां आप कहकर पुकारेंगे। तो हम भी मरियम नवाज शरीफ साहिबा आपसे फिर से
درخواست کرتے ہیں کہ جس طرح آپ نے پہلے بھی بہت سے کام منورٹیز کے لیے کیے، تو اس کیس کے اندر بھی آپ سے ریکویسٹ ہے کیونکہ بھائی چاند اس وقت بڑی سیریس کنڈیشن کے اندر ہاسپٹل کے اندر ایڈمٹ ہیں اور وہ زندگی اور موت کی جنگ لڑ رہے ہیں، تو سی ایم صاحبہ آپ سے درخواست ہے تاکہ جلد از جلد رحمت مسیح اور اس کی ساری فیملی کو انصاف مل سکے، اور جو اس طرح کے شر پسند عناصر ہیں، جو کہ اس طرح کے لوگ ہیں جو مسیحیوں کو ٹارگٹ کرتے ہیں، ان کے لیے کوئی پرماننٹ قانون سازی کی جائے یا ایک حکم نامہ جاری کیا جائے کہ آئندہ سے جو کوئی اس طرح کا کام کرے گا انہیں بھی اسی طرح کی سزا ملے گی جس طرح کہ انہوں نے خود کام کیے ہیں۔ آپ سب سے درخواست ہے کہ ہمارے اس چینل کو سبسکرائب کریں، لائک کریں اور ضرور اسے شیئر کریں تاکہ یہ آواز سی ایم صاحبہ تک پہنچ سکے۔ سو گاڈ بلیس یو آل۔